ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵਿੱਟਰ ਤੇ ਜ਼ਬਰਦਸਤ ਹਮਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਖਾਤਾ ਬੰਦ ਕਰਨ ਦਾ ਮਤਲਬ ਹੈ ਕਿ ਟਵਿੱਟਰ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ। ਉਹ ਮੇਰੇ ਟਵਿੱਟਰ ਨੂੰ ਬੰਦ ਕਰਕੇ ਸਾਡੀਆਂ ਰਾਜਨੀਤਿਕ ਪ੍ਰਕਿਰਿਆਵਾਂ ਵਿੱਚ ਦਖਲ ਦੇ ਰਹੇ ਹਨ। ਇਹ ਰਾਹੁਲ ਗਾਂਧੀ ਤੇ ਨਹੀਂ ਬਲਕਿ ਦੇਸ਼ ਦੇ ਲੋਕਤੰਤਰੀ ਸਟਰਕਚਰ ਤੇ ਹਮਲਾ ਹੈ। ਮੇਰੇ 19-20 ਮਿਲੀਅਨ ਫੋਲੋਅਰ ਹਨ ਜਿਨ੍ਹਾਂ ਨੂੰ ਉਹ ਨਕਾਰ ਰਹੇ ਹਨ। ਸਾਡਾ ਲੋਕਤੰਤਰ ਖਤਰੇ ਵਿੱਚ ਹੈ। ਸਾਨੂੰ ਸੰਸਦ ਵਿੱਚ ਬੋਲਣ ਦੀ ਵੀ ਇਜਾਜ਼ਤ ਨਹੀਂ ਹੈ। ਮੀਡੀਆ ਨੂੰ ਕੰਟਰੋਲ ਕੀਤਾ ਜਾਂਦਾ ਹੈ ਅਤੇ ਮੈਂ ਸੋਚਿਆ ਕਿ ਟਵਿੱਟਰ ਰੋਸ਼ਨੀ ਦੀ ਇੱਕ ਕਿਰਨ ਹੈ ਜਿਸ ਉੱਤੇ ਅਸੀਂ ਆਪਣੇ ਵਿਚਾਰ ਲਿਖ ਸਕਦੇ ਹਾਂ, ਪਰ ਅਜਿਹਾ ਨਹੀਂ ਹੈ। ਟਵਿੱਟਰ ਇੱਕ ਨਿਰਪੱਖ ਪਲੇਟਫਾਰਮ ਨਹੀਂ ਹੈ। ਜ਼ਿਕਰਯੋਗ ਹੈ ਕਿ ਟਵਿੱਟਰ ਨੇ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਗਏ ਹਨ। ਦੂਜੇ ਪਾਸੇ ਟਵਿੱਟਰ ਦਾ ਕਹਿਣਾ ਹੈ ਕਿ ਉਸਨੇ ਇਹ ਕਦਮ ਨਿਯਮਾਂ ਦੇ ਤਹਿਤ ਚੁੱਕਿਆ ਹੈ। By shutting down my Twitter, they're interfering in our political process. A company is making its business to define our politics. And as a politician, I don't like that. This is an attack on the democratic structure of the country. This is not an attack on Rahul Gandhi. This is not, simply shutting Rahul Gandhi down. I have 19-20 million followers. You're denying them the right to an opinion. That's what you're doing. So this is not only patently unfair, they're breaching the idea that Twitter is a neutral platform. And for the investors, this is a very dangerous thing, because taking sides in the political contest has repercussions for Twitter. Our democracy is under attack. We're not allowed to speak in parliament. The media is controlled. And I thought there was a ray of light where we could put what we thought on Twitter. But obviously that's not the case. It's obvious now that Twitter is actually not a neutral, objective platform. It is a biased platform, and it's something that listens to what the government of the day says. As Indians, we have to ask the question, are we going to allow companies, just because they are beholden to the government of India, to define our politics for us? Is that what this is going to come to? Or are we going to define our politics on our own? Right? That's the real question here. ਅੰਮ੍ਰਿਤਸਰ ਦੇ ਪਿੰਡ ਛਾਪਿਆਵਾਲੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ 14 ਸਾਲਾ ਵਿਦਿਆਰਥੀ ਦੀ ਲਾਸ਼ ਨਾਲੇ ਵਿੱਚੋਂ ਬਰਾਮਦ ਹੋਈ। ਜਾਣਕਾਰੀ ਅਨੁਸਾਰ ਥਾਣਾ ਬਿਆਸ ਅਧੀਨ ਪੈਂਦੇ ਪਿੰਡ ਛਾਪਿਆਵਾਲੀ ਦਾ ਸਕੂਲੀ ਵਿਦਿਆਰਥੀ ਹਰਨੂਰ ਸਿੰਘ ਬੀਤੇ ਦਿਨੀ ਲਾਪਤਾ ਹੋ ਗਿਆ ਸੀ। ਕਮਲਜੀਤ ਕੌਰ ਪਤਨੀ ਸਵਰਨਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪਤੀ ਮਸਕਟ ਗਿਆ ਹੋਇਆ ਹੈ। ਉਸ ਦਾ ਪੁੱਤਰ ਹਰਨੂਰ ਸਿੰਘ ਸੈਕਰਡ ਹਾਰਟ ਸਕੂਲ ਉਮਰਾ ਨੰਗਲ ਵਿੱਚ ਪੜ੍ਹਦਾ ਹੈ। ਕਮਲਜੀਤ ਨੇ ਦੱਸਿਆ ਕਿ ਆਮ ਵਾਂਗ ਸਵੇਰੇ 7 ਵਜੇ ਉਹ ਭਤੀਜੇ ਗੁਰਸਿਮਰਨ ਸਿੰਘ ਹਰਨੂਰ ਨੂੰ ਬੱਸ ਵਿੱਚ ਚੜ੍ਹਾਉਣ ਗਿਆ ਸੀ। ਉਸੇ ਸਮੇਂ ਜਦੋਂ ਦੁਪਹਿਰ ਵੇਲੇ ਸਕੂਲ ਦੀ ਬੱਸ ਆਈ ਤਾਂ ਪਤਾ ਲੱਗਾ ਕਿ ਉਸ ਦਾ ਬੇਟਾ ਬੱਸ ਵਿੱਚ ਸਵਾਰ ਹੀ ਨਹੀਂ ਹੋਇਆ। ਇਸ ਤੋਂ ਬਾਅਦ ਹਰਨੂਰ ਦਾ ਸਕੂਲ ਬੈਗ ਪੁੱਲ ਤੇ ਮਿਲਿਆ। ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਹਰਨੂਰ ਸਕੂਲ ਨਹੀਂ ਪਹੁੰਚਿਆ, ਜਿਸ ਦੇ ਬਾਅਦ ਬੇਟੇ ਦੇ ਅਗਵਾ ਦੀ ਸ਼ਿਕਾਇਤ ਬਿਆਸ ਥਾਣੇ ਵੀ ਦਿੱਤੀ ਗਈ। ਅੱਜ ਹਰਨੂਰ ਦੀ ਲਾਸ਼ ਨਾਲੇ ਵਿੱਚੋਂ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ 'ਚ ਰਿਹਾਇਸ਼ੀ ਇਲਾਕੇ 'ਚੋਂ ਹੈਂਡ ਗ੍ਰੇਨੇਡ ਮਿਲਣ ਨਾਲ ਸਨਸਨੀ ਫੈਲ ਗਈ ਹੈ। ਰਣਜੀਤ ਐਵਨਿਊ 'ਚ ਇੱਕ ਘਰ ਦੇ ਬਾਹਰ ਗ੍ਰੇਨੇਡ ਮਿਲਿਆ ਹੈ। ਇਹ ਰੇਤ ਦੀਆਂ ਬੋਰੀਆਂ ਨਾਲ ਢਕਿਆ ਹੋਇਆ ਸੀ। ਗ੍ਰੇਨੇਡ ਨੂੰ ਸਪੈਸ਼ਲ ਟੀਮ ਆਬਾਦੀ ਵਾਲੇ ਇਲਾਕੇ ਤੋਂ ਦੂਰ ਲੈ ਗਈ ਹੈ। ਅੰਮ੍ਰਿਤਸਰ ਦੇ ਰਿਹਾਇਸ਼ੀ ਖੇਤਰ ਰਣਜੀਤ ਐਵਨਿਊ ਵਿੱਚ ਇੱਕ ਘਰ ਦੇ ਬਾਹਰ ਇੱਕ ਗ੍ਰੇਨੇਡ ਮਿਲਿਆ ਹੈ। ਬੰਬ ਖੋਜ ਅਤੇ ਨਿਪਟਾਰਾ ਦਸਤਾ ਮੌਕੇ ਤੇ ਮੌਜੂਦ ਹੈ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਇੰਡੀਆ ਪਲੱਸ ਲਾਈਵ। ਜੰਮੂ ਕਸ਼ਮੀਰ ਦੇ ਰਜੌਰੀ ਜ਼ਿਲ੍ਹੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਦੇ ਘਰ ਤੇ ਆਤੰਕਵਾਦੀ ਗ੍ਰੇਨੇਡ ਹਮਲੇ 'ਚ 3 ਸਾਲਾ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਵੀਰਵਾਰ ਰਾਤ ਨੂੰ ਖੰਡਲੀ ਇਲਾਕੇ ਵਿੱਚ ਭਾਜਪਾ ਨੇਤਾ ਜਸਬੀਰ ਸਿੰਘ ਦੇ ਘਰ ਉੱਤੇ ਹੋਏ ਹਮਲੇ ਵਿੱਚ ਇੱਕ 3 ਸਾਲ ਦੇ ਬੱਚੇ ਵੀਰ ਸਮੇਤ ਅਤੇ ਉਸਦੇ ਪਰਿਵਾਰ ਦੇ 7 ਮੈਂਬਰ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਵੀਰ ਦੀ ਰਜੌਰੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਅੱਧੀ ਰਾਤ ਨੂੰ ਮੌਤ ਹੋ ਗਈ। ਭਾਜਪਾ ਨੇ ਹਮਲੇ ਦੀ ਸਖਤ ਨਿੰਦਾ ਕੀਤੀ ਅਤੇ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰੇ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਭਾਜਪਾ ਨੇਤਾ ਦੇ ਪਰਿਵਾਰ ਨੇ ਵਿਰੋਧ ਕੀਤਾ। ਉਹਨਾਂ ਨੇ ਦੋਸ਼ ਲਾਇਆ ਕਿ ਸਿੰਘ ਨੂੰ ਲੋੜੀਂਦੀ ਸੁਰੱਖਿਆ ਨਹੀਂ ਦਿੱਤੀ ਗਈ ਸੀ। ਪੰਜਾਬ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਬਲੇਰ ਦਾ, ਜਿੱਥੇ ਇੱਕ ਬਜ਼ੁਰਗ ਮਾਂ ਵੱਲੋਂ ਆਪਣੇ ਜਵਾਨ ਧੀ ਤੇ ਪੁੱਤ ਨੂੰ ਸੰਗਲਾਂ ਨਾਲ ਬੰਨ੍ਹ ਕੇ
ਪਿਛਲੇ 30 ਸਾਲ ਤੋਂ ਰੱਖਿਆ ਗਿਆ ਹੈ। ਸਿਮਰਨਜੀਤ ਸਿੰਘ ਕੌਰ ਉਮਰ 65 ਪਤਨੀ ਅਮਰ ਸਿੰਘ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਦੱਸਿਆ ਕਿ ਆਤੰਕਵਾਦ ਸਮੇਂ ਆਤੰਕਵਾਦੀਆਂ ਵੱਲੋਂ ਉਸਦੇ ਪਤੀ ਨੂੰ ਮਾਰ ਦਿੱਤਾ ਗਿਆ ਤੇ ਉਸ ਦੇ ਧੀ ਕੁਲਜੀਤ ਕੌਰ ਤੇ ਪੁੱਤਰ ਗੁਰਸਾਹਿਬ ਸਿੰਘ ਦੇ ਸਾਹਮਣੇ ਉਸ ਨਾਲ ਵੀ ਕੁੱਟਮਾਰ ਕੀਤੀ ਗਈ। ਮੇਰੇ ਦੋਵੇਂ ਧੀ ਤੇ ਪੁੱਤਰ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕੇ ਤੇ ਉਸ ਸਮੇਂ ਉਹ ਪਾਗਲ ਹੋ ਗਏ ਅਤੇ ਉਹ ਪਿਛਲੇ 30 ਸਾਲ ਤੋਂ ਆਪਣੇ ਧੀ ਤੇ ਪੁੱਤਰ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖ ਰਹੀ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਨਾ ਤੇ ਇਸ ਪਰਿਵਾਰ ਨੂੰ ਕੋਈ ਅੱਤਵਾਦ ਪੀੜੀ ਪੈਨਸ਼ਨ ਮਿਲੀ ਅਤੇ ਨਾ ਹੀ ਕੋਈ ਸਹੂਲਤ ਮਿਲੀ ਅਤੇ ਉਸਨੇ ਦੱਸਿਆ ਕਿ ਉਸਦੇ 2 ਹੋਰ ਪੁੱਤਰ ਹਨ ਜਿਨ੍ਹਾਂ ਕੋਲ 2 ਏਕੜ ਜ਼ਮੀਨ ਹੈ। ਉਹ ਵੀ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਅੱਜ ਵੀ ਮਜ਼ਦੂਰੀ ਕਰ ਰਹੇ ਹਨ। ਜਦੋਂ ਵੀ ਇਹ ਮਾਮਲਾ ਮੀਡੀਆ ਵੱਲੋਂ ਸਰਕਾਰ ਦੇ ਸਾਹਮਣੇ ਲਿਆਂਦਾ ਗਿਆ ਤਾਂ ਫਿਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਣ ਲੱਗ ਪਈਆਂ। ਉਹ ਜਾਣ-ਬੁੱਝ ਕੇ ਇਹ ਕਹਿ ਰਹੇ ਹਨ ਕਿ ਉਹਨਾਂ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਆਤੰਕਵਾਦ ਪੀੜੀ ਪੈਨਸ਼ਨ ਲਗਾਈ ਜਾਵੇ। ਕੀ ਇਹ ਗੱਲ ਹੋ ਗਈ ਇੱਥੋਂ ਤੱਕ ਨੌਬਤ ਆ ਗਈ ਵੀ ਸੰਗਲ ਮਾਰ ਕੇ ਰੱਖਣਾ ਪੈ ਰਿਹਾ ਬੱਚਿਆਂ ਨੂੰ? ਇਹੋ ਹੀ ਆ ਕਿ ਇਹਨਾਂ ਦੇ ਆਨੇ ਚਲੇ ਨਾ ਜਾਣ ਕਿਸੇ ਬੰਨੇ ਤਾਂ ਕਰਕੇ ਵੀ ਬੰਨਣੇ ਪੈਂਦੇ ਆ। ਗੱਲ ਕੀ ਹੋਈ ਮਾਤਾ ਜੀ ਤੁਹਾਡੇ ਨਾਲ? ਗੱਲ ਇਸ ਤਰ੍ਹਾਂ ਰਾਤ 25-30 ਜਣੇ ਸੀ, ਕੋਈ ਸਮਝ ਨਹੀਂ ਆਈ। ਘੇਰਾ ਹੀ ਹਵੇਲੀ ਨੂੰ ਗਏ ਨੂੰ ਪਾ ਕੇ ਅੰਨੇਵਾਹ ਗੋਲੀ ਚਲਾਉਣ ਡਏ ਪਏ। ਇਹਨਾਂ ਦੇ ਪਿਓ ਇਹਨਾਂ ਦੇ ਕੋਠੇ 'ਤੇ ਸੁੱਤਾ ਸੀ, ਉਹਨੇ ਮਗਰਲੇ ਬੰਨੇ ਛਾਲ ਮਾਰੀ ਤੇ ਇੱਕ ਉਹਦੇ ਗੋਲੀ ਲੱਗ ਗਈ ਆ। ਇੱਥੇ ਲੱਗੀ ਆ ਕਿਸੇ ਦੇ ਮਗਰੋਂ ਜਾਣ। ਉਹ ਅਗਲੇ ਦਿਨ ਝੋਨੇ 'ਚੋਂ ਲਾਸ਼ ਲੱਗੀ। ਅੱਤਵਾਦੀ ਸੀ? ਪਤਾ ਹੀ ਨਹੀਂ ਵੀ ਜਿਹੜੇ ਕਿਸੇ ਨੇ ਕੀ ਪਤਾ ਲੱਗਦਾ। ਸਾਹੀ ਦੇ ਡਰਦੇ ਸਾਨੂੰ ਤਾਂ ਇੱਥੇ ਖੰਡ ਪਾਠ ਨਹੀਂ ਸੀ ਧਰਨ ਦਿੰਦੇ ਤੇ ਅਸੀਂ ਘਰੋਂ ਵੀ ਡਰਦੇ ਮੁੜ ਕੇ ਚਲੇ ਗਏ। ਭੋਗ ਪਵਾ ਕੇ ਬਾਬੇ ਪਾਲਾ ਹੁਣ ਗੁਰਦੁਆਰੇ ਆ। ਉਹਨੇ ਆਖਿਆ ਵੀ ਮੈਂ ਇੱਥੇ ਰਹਿਣ ਵਾਲੇ ਮੇਰੇ ਹੁੰਦਿਆਂ ਕੋਈ ਨਹੀਂ ਆਉਂਦਾ ਤੇ ਤੁਸੀਂ ਘਰੇ ਪਾਠ ਕਰੋ। ਫਿਰ ਅਸੀਂ ਘਰੋਂ ਹੀ ਚਲੇ ਗਏ। ਤਾਂ ਕਦੀ ਕਿਤੇ ਧੱਕੇ ਭੈਣ ਭਰਾਵਾਂ ਕੋਲੇ। ਉਦੋਂ ਕਿੰਨੀ ਉਮਰ ਸੀ ਇਹਨਾਂ ਬੱਚਿਆਂ ਦੀ ਮਾਤਾ? ਉਦੋਂ 6-7 ਸਾਲ, ਇੱਕ ਦਾ 5 ਸੀ, ਆ ਕੁੜੀ 5 ਸਾਲ ਦੀ ਤੇ ਆ 2 ਸਾਲ ਵੱਡਾ। ਉਦੋਂ ਸਹੀ ਸੀ ਜਦੋਂ ਤੁਹਾਡੇ ਨਾਲ ਘਟਨਾ ਵਾਪਰੀ? ਉਸ ਤੋਂ ਸਹੀ ਬਾਅਦ ਸੀ, ਬੜੇ ਸੋਹਣੇ ਨਿੱਕੇ ਨਿੱਕੇ। ਇੱਥੇ ਜਦੋਂ ਪਹਿਲਾਂ ਉਹ ਕਮਰਾ ਇੱਕ ਪਾਇਆ ਸੀ ਉਦੋਂ ਇਹ ਬਰੋੜੇ ਆਪ ਨਾਲ ਹੀ ਕਿਤੇ ਫੜਾਉਣੇ ਨਿੱਕੇ ਜਿਹੇ ਨੇ ਥਾਲਾਂ 'ਚ ਪਾ ਕੇ। ਬੜੇ ਸੋਹਣੇ ਸੀ ਤੇ ਉਹ ਮੁੰਨੀ ਕਿੱਧਰ ਗਿਆ ਇਹੋ ਜਿਹੀਆਂ ਗੱਲਾਂ ਕਰੀ ਜਾਂਦਾ। ਕੋਈ ਸਮਝ ਹੀ ਨਹੀਂ ਆਉਂਦੀ ਬੋਲਦਾ ਨਹੀਂ। ਕੀ ਮੰਗ ਕਰਦੇ ਜਾਂ? ਅਸੀਂ ਤਾਂ ਇਹਨਾਂ ਨੂੰ ਨੌਕਰੀ ਕਿਸੇ ਨੂੰ ਮਿਲ ਜੇ ਜਾਂ ਦੋਵਾਂ ਜੀ ਨੂੰ ਮਿਲ ਜੇ। ਇੱਕ ਉਹ ਭਰਾ ਦੀ ਘਰ ਦੀ ਨੂੰ ਮਿਲ ਜੇ, ਕਿਹਨੂੰ ਮਿਲ ਜੇ ਤੇ ਚੱਲ ਇਹਨਾਂ ਨੂੰ ਰਾਜ ਮਿਲ ਕੇ ਸਾਂਭਣ ਤੇ ਆਹ ਤੋਂ ਮੈਥੋਂ ਸਾਂਭੇ ਨਹੀਂ ਜਾਂਦੇ। ਮੈਥੋਂ ਵੀ ਰੁੱਠ ਕੇ ਨਹੀਂ ਤੁਰਿਆ ਜਾਂਦਾ। ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੰਭੀਰ ਬਿਮਾਰੀ ਨਾਲ ਪੀੜਤ ਮਹਿਲਾ ਇਲਾਜ ਨੂੰ ਤਰਸ ਰਹੀ ਹੈ। ਬਲਵਿੰਦਰ ਕੌਰ ਪਤਨੀ ਸਵਰਗੀ ਲੱਖਾ ਸਿੰਘ ਨੇ ਆਪਣੀ ਦਰਦ ਭਰੀ ਕਹਾਣੀ ਪੱਤਰਕਾਰਾਂ ਨੂੰ ਦੱਸਦਿਆਂ ਕਿਹਾ ਕਿ 5 ਸਾਲ ਪਹਿਲਾਂ ਉਸਦੇ ਜਵਾਨ ਪੁੱਤਰ ਦੀ ਮੌਤ ਹੋ ਗਈ ਅਤੇ ਬਾਅਦ 'ਚ ਉਸਦਾ ਪਤੀ ਵੀ ਉਸ ਨੂੰ ਵਿਛੋੜਾ ਦੇ ਗਿਆ। ਉਸ ਦੀਆਂ 3 ਧੀਆਂ ਹਨ ਜੋ ਵਿਆਹੀਆਂ ਅਤੇ ਆਪਣਾ ਗੁਜ਼ਾਰਾ ਦਿਹਾੜੀ ਦੱਪਾ ਕਰਕੇ ਕਰਦੀਆਂ ਹਨ। ਮਹਿਲਾ ਨੇ ਅੱਗੇ ਕਿਹਾ ਕਿ ਮੇਰੇ ਅੰਦਰ ਇੱਕ ਗੰਭੀਰ ਬਿਮਾਰੀ ਹੈ ਜਿਸ ਦਾ ਕਾਫੀ ਇਲਾਜ ਮੈਂ ਕਰਵਾ ਚੁੱਕੀ ਹਾਂ ਪਰ ਹੁਣ ਮੇਰੇ ਵੱਸ ਤੋਂ ਬਾਹਰ ਹੋ ਗਿਆ ਹੈ। ਉਸਨੇ ਦਾਨੀ ਸੱਜਣਾ ਤੋਂ ਅਪੀਲ ਕੀਤੀ ਹੈ ਕਿ ਉਸਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਪਰਿਵਾਰ ਨੂੰ ਜਾਣਦੇ ਆ ਜੀ, ਸ਼ੁਰੂ ਤੋਂ ਹੀ ਇਹਨਾਂ ਦਾ ਮਿਲ ਗਏ ਹਾਲਾਤ ਜਿਹੜੇ ਵਿਚਾਰੇ ਦੇ ਮਾੜੇ ਆ। ਯਾਨੀ ਕਿ ਇਹਨਾਂ ਦੇ ਹੈਗਾ ਜੀ ਇੱਕ ਬੇਟਾ ਸੀ ਤੇ 3 ਲੜਕੀਆਂ ਇਹਨਾਂ ਦੀਆਂ। 3 ਲੜਕੀਆਂ ਦੀ ਮੈਰਿਜ ਹੋਈ ਆ ਤੇ ਬੇਟਾ ਜਿਹੜਾ ਉਹਨੂੰ ਵਿਚਾਰੇ ਨੂੰ ਅਟੈਕ ਹੋ ਗਿਆ ਤੇ ਉਹ ਵੀ ਪੂਰਾ ਹੋ ਗਿਆ। ਕਿੰਨਾ ਚਿਰ ਹੋ ਗਿਆ ਅਟੈਕ ਹੋਏ ਨੂੰ? ਅਟੈਕ ਹੋਏ ਨੂੰ 4-5 ਸਾਲ ਹੋ ਗਏ ਆ ਜੀ। ਅੱਛਾ ਮੁੜ ਜੀ। ਕੇ ਇਹਨਾਂ ਦਾ ਘਰ ਵਾਲਾ ਸੀ, ਉਹ ਵੀ ਇਦਾਂ ਦਰਦ 'ਚ ਹੀ ਵਿਚਾਰਾ, ਉਹਨੂੰ ਅਟੈਕ ਹੋ ਗਿਆ, ਉਹ ਵੀ ਪੂਰਾ ਹੋ ਗਿਆ ਤੇ ਹੁਣ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਤੇ ਇਸ ਟਾਈਮ ਹੁਣ ਵਿਚਾਰੇ ਨੇ ਨਾ ਇੱਕ ਜਵਾਈ ਨੂੰ ਕੋਲ ਲਿਆਂਦਾ ਹੈ ਤੇ ਉਹ ਵਿਚਾਰਾ ਦਿਹਾੜੀ ਦੱਪਾ ਕਰਦਾ, ਕੋਈ 200-300 ਕਰਦਾ ਹੋਊਗਾ ਤੇ ਉਹ ਵਿਚਾਰਾ ਟਾਈਮ ਪਾਸ ਕਰਦਾ। ਇਹਦੀ ਵਿਚਾਰੀ ਦੀ ਦਵਾਈ ਵੀ ਕਰਾਉਣੀ ਹੁੰਦੀ ਆ ਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਤੇ ਕੋਈ ਦਾਨੀ ਸੱਜਣ ਇਹਦੀ ਮਦਦ ਕਰ ਸਕਦਾ ਹੈ ਤੇ ਗਾੜੀ ਵੀਰ ਆਵੇ ਕੋਈ ਤੇ ਇਹਨਾਂ ਨੂੰ ਦਵਾਈ ਦਾਰੂ ਕੋਈ ਦਵਾ ਸਕਦਾ। ਕਿਸ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਮਦਦ ਚਾਹੀਦੀ ਇਹਨਾਂ ਨੂੰ ਇਲਾਜ ਦੀ? ਮਦਦ ਚਾਹੀਦੀ ਹੈ ਕਿ ਇਹਨਾਂ ਦੇ ਬੱਚੇਦਾਨੀ ਦੀ ਪ੍ਰੋਬਲਮ ਆ ਤੇ ਡਾਕਟਰਾਂ ਜਵਾਬ ਦੇਦਾ ਇਹਨਾਂ ਨੂੰ ਤੇ ਹੁਣ ਇਹਨਾਂ ਵੀ ਕੋਈ ਦਾਨੀ ਸੱਜਣ ਆਵੇ ਤੇ ਚਲੋ ਇਹਨਾਂ ਦਾ ਕੋਈ ਇਲਾਜ ਕਰਵਾ ਦੇ। ਵਿਚਾਰਿਆਂ ਦਾ ਮਾਤੜਿਆ ਚ ਟਾਈਮ ਪਾਸ ਵਿਚਾਰਿਆਂ ਦਾ ਮਹਾਂ ਹੋਣ ਡਿਆ। ਤੇ ਪਰਿਵਾਰ ਦਾ ਕੋਈ ਮੋਬਾਈਲ ਨੰਬਰ ਚੱਲਦਾ? ਹਾਂਜੀ, ਪਰਿਵਾਰ ਦਾ ਮੋਬਾਈਲ ਨੰਬਰ ਹੈਗਾ ਜੀ 82508 48611। ਇੱਕ ਵਾਰ ਫੇਰ ਬੋਲ ਦੇ। 82508 48611। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਸੰਕਰਮਣ ਦੇ 40,120 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਮਹਾਮਾਰੀ ਕਾਰਨ 585 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 4,30,254 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 42,295 ਲੋਕ ਕਰੋਨਾ ਤੋਂ ਠੀਕ ਵੀ ਹੋਏ ਹਨ। ਅਜਿਹੀ ਸਥਿਤੀ ਵਿੱਚ ਮਹਾਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ ਵੱਧ ਕੇ 3,13,02,345 ਹੋ ਗਈ ਹੈ। ਦੇਸ਼ ਵਿੱਚ ਕਰੋਨਾ ਸੰਕਰਮਣ ਮਰੀਜ਼ਾਂ ਦੀ ਗਿਣਤੀ ਇਸ ਵੇਲੇ
3,85,227 ਹੈ। ਮੰਤਰਾਲੇ ਦੇ ਅਨੁਸਾਰ ਪਿਛਲੇ ਸਾਲ ਤੋਂ ਕਰੋਨਾ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ ਵੀ ਵੱਧ ਕੇ 3,21,17,826 ਹੋ ਗਈ ਹੈ। ਪੰਜਾਬ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਸਾਉਣ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਚਾਅ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਮੁਟਿਆਰਾਂ ਗਿੱਧਾ, ਭੰਗੜਾ, ਬੋਲੀਆਂ ਅਤੇ ਪੀਂਘਾਂ ਝੂਟ ਕੇ ਇਸ ਤਿਉਹਾਰ ਨੂੰ ਮਨਾਉਂਦੀਆਂ ਹਨ। ਮਾਡਰਨ ਬਣੋ, ਥਿੰਕਿੰਗ 'ਚ ਮਾਡਰਨਿਟੀ ਲਿਆਓ, ਪਰ ਜਿੱਦਾਂ ਕਿ ਆਪਣੇ ਵਿਰਸੇ ਨਾਲ ਵੀ ਜੁੜੇ ਰਹੋ। ਆਪਣੇ ਵਿਰਸੇ ਨਾਲ ਜੁੜਾਂਗੇ ਤਾਂ ਹੀ ਗਾ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਇੱਕ ਆਪਣਾ ਚੰਗੇ ਵਿਰਸਾ ਦੱਸ ਸਕਦੇ ਕਿ ਸਾਡੇ ਇਸ ਵਿਰਸੇ 'ਚ ਇਹ ਕੁਝ ਸੀਗਾ। ਜੇ ਅਸੀਂ ਹੁਣ ਤੋਂ ਹੀ ਆਪਣੇ ਵਿਰਸੇ ਨੂੰ ਸਾਡੀ ਪੀੜ੍ਹੀ ਛੱਡ ਗਈ, ਫਿਰ ਅਗਲੀ ਪੀੜ੍ਹੀ ਤੋਂ ਆਪਾਂ ਕਿੱਦਾਂ ਉਮੀਦ ਕਰਾਂਗੇ ਕਿ ਵਿਰਸੇ ਨਾਲ ਜੁੜਾਂ। ਮੈਡਮ ਚੀਮਾ ਵੱਲੋਂ ਇਹ ਤੀਜ ਦਾ ਫੰਕਸ਼ਨ ਇਸ ਲਈ ਰੱਖਿਆ ਗਿਆ ਸੀ ਕਿ ਸਾਰੀਆਂ ਬੀਬੀਆਂ ਘਰਾਂ ਦੇ ਵਿੱਚੋਂ ਆਪਣੇ ਕੰਮਕਾਰ ਛੱਡ ਕੇ ਤਣਾਅ ਮੁਕਤ ਹੋ ਕੇ ਖੁਸ਼ੀ ਵਾਲੇ ਮਾਹੌਲ ਵਿੱਚ ਸ਼ਾਮਲ ਹੋਣ ਤੇ ਆਪਣੇ ਆਪ ਦੀ ਇੱਥੇ ਖੁਸ਼ੀ ਸਾਂਝੀ ਕਰਨ। ਸਾਰੇ ਭੈਣਾਂ ਨਾਲ, ਬੀਬੀਆਂ ਨਾਲ, ਮਾਤਾਵਾਂ ਨਾਲ, ਛੋਟੇ ਬੱਚਿਆਂ ਦੇ ਨਾਲ। ਵੀਰਵਾਰ ਨੂੰ ਹੋਟਲ ਰੀਜੈਂਟ ਪਾਰਕ ਵਿੱਚ ਤੀਆਂ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿੱਚ ਵੂਮਨ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਖਾਸ ਤੌਰ ਤੇ ਉਹਨਾਂ ਦੇ ਆਉਣ ਤੇ ਮੁਟਿਆਰਾਂ ਨੇ ਬੋਲੀਆਂ ਪਾ ਕੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਮੁਟਿਆਰਾਂ ਨੇ ਲੋਕ ਗੀਤ ਤੇ ਬੋਲੀਆਂ ਪਾਈਆਂ। ਮਨੀਸ਼ਾ ਗੁਲਾਟੀ ਨੇ ਵਧਾਈਆਂ ਦਿੰਦੇ ਕਿਹਾ ਕਿ ਤੀਆਂ ਦਾ ਤਿਉਹਾਰ ਪੂਰੇ ਪੰਜਾਬ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਹੈ ਕਿ ਸਾਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਬਿਊਰੋ ਰਿਪੋਰਟ, ਇੰਡੀਆ ਪਲੱਸ ਲਾਈਵ। ਮੋਸਟ ਆਫ ਦਾ ਸਮ ਟਾਈਮ ਮੈਨੂੰ ਲੋਕੀ ਕਹਿੰਦੇ ਸੀ ਜਲੰਧਰ ਦੀ ਮੀਡੀਆ ਬੜੀ ਲੈਗ ਪੁਲਿੰਗ ਕਰਦੀ ਹੈ ਪਰ ਮੈਨੂੰ ਬੜਾ ਪਸੰਦ ਹੈ, ਕਿਉਂਕਿ ਮੈਨੂੰ ਉਹ ਮੀਡੀਆ ਪਸੰਦ ਹੈ ਕਿ ਜੋ ਲੋਕ ਸਮਾਜ ਦਾ ਐਕਚੁਅਲ ਇੱਕ ਰੂਪ ਸਾਹਮਣੇ ਲਿਆਣਾ ਚਾਹੁੰਦੇ ਨੇ, ਇੱਕ ਸੱਚਾਈ। ਔਰ ਮਨੀਸ਼ਾ ਗੁਲਾਟੀ ਉਹਨਾਂ ਚੋਂ ਹੈ ਜਿਹੜੀ ਸੱਚਾਈ ਤੋਂ ਨਹੀਂ ਬਚਦੀ। ਮੇਰਾ ਇੱਕ ਵਿਜ਼ਨ ਹੈ ਇਹ ਸੱਚ ਨੂੰ ਸੱਚ ਕਹਿਣ ਦਾ, ਝੂਠ ਨੂੰ ਝੂਠ ਕਹਿਣ ਦਾ। ਮੈਨੂੰ ਇਹ ਵੀ ਪਤਾ ਹੈ ਕਿ ਕੁਝ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਪਸੰਦ ਆਉਂਦੀਆਂ, ਪਰ ਉਹ ਜਿਹੜੀਆਂ ਚੀਜ਼ਾਂ ਜਿਨ੍ਹਾਂ ਲੋਕਾਂ ਨੂੰ ਨਹੀਂ ਪਸੰਦ ਆਉਂਦੀਆਂ ਉਹ ਤੁਹਾਡੀ ਕਿਤੇ ਨਾ ਕਿਤੇ ਸਕਸੈਸ ਦਾ ਕਾਰਨ ਵੀ ਬਣਦੇ ਨੇ। ਤੇ ਉਮੀਦ ਕਰਦੀ ਹਾਂ ਮੇਰੀ ਸਟਰੈਂਥ ਤੁਸੀਂ ਲੋਕ ਹੋ, ਸਾਡੇ ਵੀ ਬੈਟਰ ਫਿਊਚਰ ਲਈ, ਔਰ ਤੁਹਾਨੂੰ ਸਭ ਨੂੰ ਵੀ, ਹੋਰ ਪੂਰੇ ਜਲੰਧਰ ਨੂੰ, ਸਾਡੇ ਮਾਰਫਤ ਪੂਰੇ ਪੰਜਾਬ ਨੂੰ ਮੈਂ ਆਪਣੀ ਵਧਾਈ ਦਿੰਦੀ ਹਾਂ ਤੀਜ ਦੀ। ਤੁਹਾਡਾ ਬੜੀ ਬੇਸਬਰੀ ਦੇ ਨਾਲ ਇੱਕ ਇੰਤਜ਼ਾਰ ਹੋ ਰਿਹਾ ਸੀਗਾ ਕਿ ਤੁਸੀਂ ਆਓਗੇ ਤੇ ਪ੍ਰੋਗਰਾਮ ਦਾ ਆਗਾਜ਼ ਹੋਣਾ ਹੈ, ਤੇ ਪ੍ਰੋਗਰਾਮ ਦਾ ਆਗਾਜ਼ ਅਸੀਂ ਸਾਰੇ ਮੀਡੀਆ ਦੇ ਨਾਲ ਹੀ ਕਰ ਲੈਣੇ, ਕਦੀ ਬੋਲੀ ਹੋ ਜਾਵੇ ਨਾਲ ਸ਼ੁਰੂ ਹੋ ਜਾਣਾ। ਬਿਲਕੁਲ, ਦੇਖੋ ਆਗਾਜ਼ ਤੇ ਹੈ ਇਹਨਾਂ ਲੋਕਾਂ ਦਾ ਬੜਾਪਨ ਹੈ ਜਿਹੜੇ ਮੈਨੂੰ ਇੰਨਾ ਪਿਆਰ ਦੇ ਰਹੇ ਨੇ, ਪਰ ਅਦਰਵਾਈਜ਼ ਇਹੋ ਜਿਹਾ ਕੁਝ ਨਹੀਂ। ਮੈਂ ਵੀ ਇਹਨਾਂ ਦੇ ਵਿੱਚੋਂ ਵਿਜ਼ਨ ਮੇਰਾ ਇੱਕੋ ਹੀ ਹੈ ਕਿ ਮੇਰਾ ਯੂਥ ਔਰ ਮੇਰੇ ਅੱਜ ਐਕਚੁਅਲੀ ਜੋ ਪੰਜਾਬ ਸਫਰ ਕਰ ਰਿਹਾ ਹੈ, ਵਿਜ਼ਨ ਇੱਕੋ ਹੀ ਹੈ ਕਿ ਚਲੋ ਜੋ ਵੀ ਕੁਝ ਕਰ ਸਕਦੀ ਹਾਂ ਬੈਟਰ ਕਰਾਂ। ਇੱਕ ਛੋਟੀ ਜੀ ਕੋਸ਼ਿਸ਼ ਹੈ ਜਿਹਨੂੰ ਮੀਡੀਆ ਔਰ ਇਹੋ ਜਿਹੇ ਲੋਕ ਸਪੋਰਟ ਕਰ। ਸ਼ੁਰੂ ਹੋ ਜਾਓ ਫਿਰ ਬੋਲੀ ਮੈਨੂੰ ਬੋਲੀ ਅੱਲਾ ਮੈਮ ਬੈਠੇ ਨਾਲ ਇਮਾਨ ਜੀ ਬਣ ਗਏ ਤੁਸੀਂ ਪਾਓ ਮੈਨੂੰ। ਐਕਚੁਅਲੀ ਮੈਨੂੰ ਇਹ ਸਭ ਨਹੀਂ ਆਉਂਦਾ। ਅਰੁਣਾ ਮੈਡਮ ਪਾ ਦਿੰਦੇ ਆਈ ਕੈਨ ਕਲੈਪ ਓਨਲੀ। सावन सावन का महीना पवन करे शोर, सावन का महीना पवन करे शोर, ऐसे जैसे मनवा नाचे मोर। ਤੁਸੀਂ ਪੰਜਾਬੀ ਪਾਉਣੀ ਸੀ। ਪੰਜਾਬੀ ਪਾ ਲਿਆ।